ਜੀ ਮਹਾਰਾਜ ਉਹਨਾਂ ਦੇ ਜਿਹੜੇ ਆ ਬੋਲ, ਉਹਨਾਂ ਦੇ ਪਰਥਾਏ ਤੇ ਜੋ ਵਿਵਹਾਰ ਦੂਤਾਂ ਨੇ ਜਾ ਕੇ ਚੰਦੂ ਨੂੰ ਦਿੱਲੀ ਵਿਖੇ ਦੱਸਿਆ ਹੈ। ਸੁਣ ਚੰਦੂ ਚਿੰਤਾ ਅਦਕ ਅਨਕ ਉਪਾਵ ਵਿਚਾਰ। ਦੂਤਾਂ ਦੇ ਪਾਸੋਂ ਚੰਦੂ ਨੇ ਸੁਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਤਖਤ ਉੱਤੇ ਬਿਰਾਜਮਾਨ ਹੁੰਦੇ ਆ ਔਰ ਉਹਨਾਂ ਦੇ ਕੋਲ ਸਿੱਖ ਬਹਾਦਰ ਯੋਧੇ ਭਰਤੀ ਹੁੰਦੇ ਜਾ ਰਹੇ ਆ, ਬੜੇ ਬੜੇ ਸ਼ਸਤਰ ਆ। ਇਹ ਸਾਰਾ ਕੁਝ ਸੁਣ ਕੇ ਚੰਦੂ ਦੇ ਮਨ ਵਿੱਚ ਬਹੁਤ ਚਿੰਤਾ ਪੈਦਾ ਹੋਈ ਆ। ਆਪਣੇ ਮਨ ਵਿੱਚ ਵਿਚਾਰ ਕਰਦਾ ਹੈ ਕਿ ਹੁਣ ਕੀ ਉਪਾਅ ਕੀਤਾ ਜਾਏ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਕਤ ਨੂੰ ਘਟਾਉਣ ਵਾਸਤੇ ਕਿਹੜਾ ਯਤਨ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਚੌਪਈ ਨਹਿ ਮਨ ਮਮ ਸੁਤਾ ਸੁਗਾਈ। ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਹੈ ਵੀ ਮੈਂ ਦੂਤ ਵੀ ਭੇਜੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਮੇਰੀ ਪੁੱਤਰੀ ਆ ਉਹਦੀ ਸਗਾਈ ਵਾਸਤੇ ਵੀ ਹਾਂ ਨਹੀਂ ਕੀਤੀ ਹੈ। ਪੁੱਤਰੀ ਦੇ ਰਿਸ਼ਤੇ ਵਾਸਤੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮੰਨੇ ਨਹੀਂ ਹਨ। ਪਿਤਾ ਦਸਾ ਦੇਖ ਤਰਸ ਨ ਪਾਈ। ਤੇ ਫਿਰ ਇਹ ਵੀ ਸੋਚਦਾ ਹੈ ਕਿ ਇਹਨਾਂ ਦੇ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਭਿਆਨਕ ਤਸੀਹੇ ਦਿੱਤੇ ਗਏ ਸਨ ਲਾਹੌਰ ਵਿਖੇ, ਉਹਨਾਂ ਦੀ ਦਸ਼ਾ ਨੂੰ ਵੇਖ ਕੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੇ ਨਹੀਂ ਹਨ। ਬਦਤ ਬਦਤ ਬਦ ਗਇਓ ਬਰੋਦਾ। ਇਹ ਵੈਰ ਜਿਹੜਾ ਵਾ ਵਧਦਿਆਂ ਵਧਦਿਆਂ ਸਗੋਂ ਵੱਧਦਾ ਹੀ ਜਾਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਡਰਨ ਦੀ ਥਾਂ ਸਗੋਂ ਬੜੇ ਵੱਡੇ ਵੀਰ ਰਸ ਵਿੱਚ ਦਿਖਾਈ ਹੁੰਦੇ ਨਜ਼ਰ ਆਉਂਦੇ ਹਨ। ਅਜੋ ਨ ਮੇਰੋ ਮਾਨਕ ਕ੍ਰੋਧਾ। ਤੇ ਮੇਰੇ ਕਰੋਧ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਡਰਦੇ ਹੀ ਨਹੀਂ। ਸੋਚਿਆ ਸੀ ਵੀ ਗੁਰੂ ਅਰਜਨ ਸਾਹਿਬ ਜੀ ਦੇ ਤਸੀਹੇ ਸੁਣ ਕੇ, ਉਹਨਾਂ ਦੀਆਂ ਸਜ਼ਾਵਾਂ ਸੁਣ ਕੇ ਡਰ ਜਾਣਗੇ ਔਰ ਮੇਰਾ ਕ੍ਰੋਧ, ਮੇਰਾ ਗੁੱਸਾ ਜੋ ਕੁਝ ਵੀ ਲਾਹੌਰ ਵਿਖੇ ਦੱਸਿਆ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਉਹ ਸੁਣ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਰਤਾ ਵੀ ਡਰੇ ਨਹੀਂ ਹਨ। ਕਹਿ ਮੇਰੋ ਅਬ ਹੋਏ ਬਿਨਾਸ਼ਾ। ਹੁਣ ਆਪਣੇ ਮਨ ਵਿੱਚ ਸੋਚਦਾ ਹੈ ਜਦੋਂ ਦੂਤਾਂ ਨੇ ਸਾਰੀ ਗੱਲ ਦੱਸੀ ਬਈ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਸਿੱਖ ਬਹਾਦਰ ਯੋਧੇ ਆ, ਬੜੇ ਉਤਸ਼ਾਹ ਦੇ ਵਿੱਚ ਆ, ਉਹਨਾਂ ਦੇ ਅੰਦਰ ਰਤਾ ਵੀ ਡਰ ਨਹੀਂ ਆ, ਸਗੋਂ ਜੰਗ ਲੜਨ ਵਾਸਤੇ ਚਾਅ ਹੈ। ਜਦੋਂ ਇਹ ਕੁਝ ਸੁਣਿਆ ਚੰਦੂ ਸੋਚਦਾ ਹੁਣ ਮੇਰਾ ਖਾਤਮਾ ਹੋ ਜਾਏਗਾ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਵਿਨਾਸ਼ ਕਰ ਦੇਣਗੇ, ਮੈਨੂੰ ਖਤਮ ਕਰ ਦੇਣਗੇ। ਕਹਿ ਜੀਵਨ ਤੇ ਸੋ ਬਿਨ ਆਸਾ। ਤੇ ਇਹ ਹੁਣ ਜਿਹੜਾ ਜੀਵਨ ਆ ਬਿਨਾਂ ਕਿਸੇ ਆਸ ਦੇ ਜਿਉਣਾ ਹੀ ਬਣ ਜਾਵੇਗਾ। ਸ੍ਰੀ ਹਰਗੋਬਿੰਦ ਕੋ ਜਬ ਪਕੜਾਵੋ। ਜਾਂ ਫਿਰ ਕਹਿਣ ਲੱਗਾ ਵੀ ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜਾਵਾਂ, ਫਿਰ ਮੈਂ ਬਾਦਸ਼ਾਹ ਦੇ ਕੋਲ ਜਾਵਾਂ, ਕੋਈ ਵਿਉਂਤ ਬਣਾਵਾਂ, ਕਿਉਂਕਿ ਮਰਨ ਤੇ ਮਰਾਉਣ ਵਾਲੀ ਗੱਲ ਬਣ ਚੁੱਕੀ ਆ। ਜਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਮਾਰ ਦੇਣਗੇ ਜਾਂ ਫਿਰ ਮੈਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਘਾਤਕ ਵਾਰ ਚਲਾਵਾਂਗਾ ਕਿਸੇ ਢੰਗ ਦੇ ਨਾਲ। ਤੋ ਇਹ ਚੰਦੂ ਆਪਣੇ ਮਨ ਵਿੱਚ ਵਿਚਾਰ ਕਰਦਾ ਹੈ। ਤਬੇ ਬੈਰ ਪੂਰਨ ਸਫਲਾਵੋ। ਇਹ ਤਾਂ ਹੀ ਮੇਰਾ ਜਿਹੜਾ ਵੈਰ ਆ ਇਸ ਪਾਪੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੀ ਵੈਰ ਵਾਲੀ ਨੀਤੀ ਧਾਰਨ ਕੀਤੀ ਆ। ਕਹਿੰਦਾ ਵੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਦੇ ਕੋਲ ਪਕੜਾ ਦੇਵਾਂ
ਤੇ ਮੈਂ ਆਪਣੇ ਵੈਰ ਲੈਣ ਵਿੱਚ ਸਫਲ ਹੋ ਜਾਵਾਂਗਾ। ਪੁਨ ਤਨ ਖਰਚੋ ਅਦਕ ਸੋ ਐਸੇ। ਇਸ ਕੰਮ ਦੇ ਵਾਸਤੇ ਜਿੰਨਾ ਵੀ ਪੈਸਾ ਖਰਚਣਾ ਪਵੇ ਖਰਚ ਕਰ ਦਿਆਂਗਾ, ਕਿਉਂਕਿ ਅੱਜ ਵੀ ਸਾਡਾ ਸਮਾਜ ਪੁੱਠੇ ਪਾਸੇ ਬਹੁਤਾ ਜਾਂਦਾ ਹੈ। ਕਿਸੇ ਨਾਲ ਲੜਾਈ ਝਗੜਾ ਹੋ ਜਾਏ, ਝੂਠੀਆਂ ਛੱਬੀਆਂ ਬਣਾ ਕੇ, ਝੂਠੇ ਕੇਸ ਪਵਾ ਕੇ, ਰਿਸ਼ਵਤਾਂ ਦੇ ਦੇ ਕੇ ਤੇ ਸੰਸਾਰ ਦੇ ਜੀਵ ਲੜਾਈ ਝਗੜੇ ਤੋਂ ਪਿਛਾਂਹ ਨਹੀਂ ਹਟਦੇ। ਹੁਣ ਇਹ ਚੰਦੂ ਆਪ ਤੇ ਪਾਪੀ ਹੈ, ਨੇ ਪਾਪ ਕੀਤਾ ਹੈ, ਪਤਾ ਵੀ ਉਹਦਾ ਹਿਸਾਬ ਦੇਣਾ ਪੈਣਾ, ਤੇ ਮਨ ਵਿੱਚ ਸੋਚਦਾ ਹੈ ਬੇਸ਼ੱਕ ਕਿੰਨਾ ਵੀ ਧਨ ਲੱਗ ਜਾਏ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਦੇ ਕੋਲ ਗ੍ਰਿਫਤਾਰ ਕਰਵਾ ਕੇ ਹੀ ਰਹਾਂਗਾ। ਪਕੜਿਆ ਮਰੇ ਨਾ ਨਿਕਸੇ ਜੈਸੇ। ਤੇ ਫਿਰ ਇਹੋ ਜੀ ਮਾੜੀ ਵਿਉਂਤ ਬਣਾਉਂਦਾ ਹੈ ਵੀ ਬਾਦਸ਼ਾਹ ਦੇ ਕੋਲ ਜਦੋਂ ਪਕੜਾ ਦੇਵਾਂਗਾ ਨਾ, ਇਹੋ ਜੀ ਧਾਰਾ ਲਾ ਕੇ ਕੇਸ ਪਵਾਵਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੀ ਕੈਦ ਵਿੱਚੋਂ ਬਾਹਰ ਨਾ ਆ ਜਾਣ। ਔਰ ਇੱਥੋਂ ਤੱਕ ਆਖਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾ ਦੇਵਾਂਗਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਕਿੰਨਾ ਵੀ ਧਨ ਲੱਗ ਜਾਏ, ਕਿੰਨੇ ਵੀ ਪੈਸੇ ਲੱਗ ਜਾਣ, ਜੋ ਮਰਜ਼ੀ ਖਰਚ ਕਰਨਾ ਪੈ ਜਾਏ, ਮੈਂ ਸਰਕਾਰੇ ਦਰਬਾਰੇ ਪਕੜਾ ਦਿਆਂਗਾ। ਇਹੋ ਜਿਹਾ ਕੈਦ ਖਾਨੇ ਵਿੱਚ ਪਾਵਾਂਗਾ। ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਵਿੱਚੋਂ ਬਾਹਰ ਆਉਣ ਹੀ ਨਹੀਂ ਦੇਵਾਂਗਾ। ਤੇ ਇਸੇ ਤਰ੍ਹਾਂ ਉਸ ਕੈਦ ਖਾਨੇ ਦੇ ਵਿੱਚ ਹੀ ਇਤਿਹਾਸ ਅੱਗੇ ਜਾ ਕੇ ਆਏਗਾ। ਗਵਾਲੀਅਰ ਦੇ ਕਿਲ੍ਹੇ ਵਿੱਚ ਮਹਾਰਾਜ ਜੀ ਨੂੰ ਕਿਵੇਂ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਭੇਜਿਆ ਜਾਂਦਾ ਹੈ। ਤੋ ਇਹ ਚੰਦੂ ਪਾਪੀ ਪਾਪ ਚਿਤਵਦਾ ਹੈ, ਮੈਂ ਬਾਹਰ ਨਹੀਂ ਆਉਣ ਦੇਵਾਂਗਾ ਤੇ ਕੈਦ ਖਾਨੇ ਦੇ ਵਿੱਚ ਹੀ ਸਤਿਗੁਰਾਂ ਨੂੰ ਮਰਵਾ ਦੇਵਾਂਗਾ। ਇਤਿਆਦਕ ਮਨ ਗਿਨੇ ਵਿਸਾਲਾ। ਇਹੋ ਜੀਆਂ ਪਤਾ ਨਹੀਂ ਕਿੰਨੀਆਂ ਮਾੜੀਆਂ ਗਿਣਤੀਆਂ ਇਸ ਪਾਪੂ ਚੰਦੂ ਨੇ ਆਪਣੇ ਮਨ ਵਿੱਚ ਬਹੁਤ ਸਾਰੀਆਂ ਗਿਣੀਆਂ ਹਨ। ਚਿੰਤਾ ਮਹਿ ਦਿਨ ਰਹਿਣ ਦੁਖਾਲਾ। ਦਿਨ ਤੇ ਰਾਤ ਬੜੀ ਚਿੰਤਾ ਦੇ ਵਿੱਚ ਆ ਵੀ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪਕੜਿਆ ਜਾਏ, ਕਿਵੇਂ ਬਾਦਸ਼ਾਹ ਦੇ ਕੋਲ ਜਾ ਕੇ ਕੋਈ ਸ਼ਿਕਾਇਤ ਲਾਵਾਂ, ਕਿਹੜਾ ਵੇਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕੈਦ ਕਰ ਲਵਾਂ। ਇਹਦਾ ਮਨ ਦਿਨ ਤੇ ਰਾਤ ਬੜਾ ਦੁੱਖਾਂ ਦੇ ਵਿੱਚ ਹੈ। ਸਹਾ ਸਮੀਪਨ ਰਿਸ਼ਵਤ ਦੇਤ। ਸ਼ਾਹ ਜਿਹੜਾ ਬਾਦਸ਼ਾਹ ਹੈ ਜਹਾਂਗੀਰ, ਜਿਹੜੇ ਉਹਦੇ ਹੋਰ ਵੀ ਨੇੜੇ ਤੇੜੇ ਜਿਨ੍ਹਾਂ ਨੂੰ ਆਲਾ ਅਫਸਰ ਕਿਹਾ ਜਾਂਦਾ ਹੈ, ਬਾਦਸ਼ਾਹ ਦੇ ਅਮੀਰ ਤੇ ਵਜ਼ੀਰ, ਉਹਨਾਂ ਨੂੰ ਰਿਸ਼ਵਤ ਦੇਣ ਲੱਗਾ, ਉਹਨਾਂ ਨੂੰ ਧਨ ਦਿੰਦਾ ਹੈ। ਕਹਿਬੈ ਕੋ ਅਸਵਰ ਨਹਿ ਲੇਤ। ਦੂਸਰੇ ਪਾਸੇ ਬਾਦਸ਼ਾਹ ਨੂੰ ਗੱਲ ਕਰਨ ਵਾਸਤੇ ਇਹਨੂੰ ਕੋਈ ਸਮਾਂ ਨਹੀਂ ਬਣਦਾ ਹੈ। ਔਰ ਚੰਗੇ ਚੰਗੇ ਜਿਹੜੇ ਬਾਦਸ਼ਾਹ ਦੀ ਨੇੜਤਾ ਰੱਖਣ ਵਾਲੇ ਅਫਸਰ ਆ, ਉਹਨਾਂ ਨੂੰ ਧਨ ਦੇ ਕੇ, ਰਿਸ਼ਵਤ ਦੇ ਕੇ ਬਾਦਸ਼ਾਹ ਦੇ ਨਾਲ ਗੱਲ ਚਲਾਉਣੀ ਚਾਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਤ, ਪਰ ਇਹਨੂੰ ਮੌਕਾ ਨਹੀਂ ਮਿਲਦਾ ਹੈ। ਜਹਾਂਗੀਰ ਟਿਗ ਪਹੁੰਚੇ ਜਬ। ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚਣ ਵਾਸਤੇ ਸਦਾ ਹੀ ਕੋਸ਼ਿਸ਼ ਕਰਦਾ ਹੈ। ਇਹ ਸਦਾ ਹੀ ਆਪਣੇ ਮਨ ਵਿੱਚ ਯਤਨ ਕਰਦਾ ਹੈ। ਅਨਕ ਘਾਤ ਬਾਤਨ ਕਹਿ ਤਬ। ਅਨੇਕਾਂ ਪ੍ਰਕਾਰ ਦੀਆਂ ਬਾਤਾਂ ਆਪਣੇ ਮਨ ਵਿੱਚ, ਮਾੜੀਆਂ ਵਿਉਂਤਾਂ ਜਿਹੜੀਆਂ ਨੇ, ਘਟੀਆ ਸਾਜ਼ਿਸ਼ਾਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਬਤ ਸੋਚਦਾ ਹੈ। ਹਜ਼ਰਤ ਕੋ ਰੁਖ ਇੱਕ ਦਿਨ ਪਾਏ। ਇੱਕ ਦਿਨ ਇਹਨੂੰ ਸਮਾਂ ਮਿਲ ਗਿਆ ਬਾਦਸ਼ਾਹ ਦੇ ਕੋਲ ਇਹਨੂੰ ਪਹੁੰਚ ਕਰਨ ਦਾ। ਜਦੋਂ ਵੇਖਿਆ ਕਿ ਬਾਦਸ਼ਾਹ ਥੋੜ੍ਹੇ ਜਿਹੇ ਮੇਰੇ ਰੁਖ ਵਿੱਚ ਆ, ਮੇਰੀ ਗੱਲ ਸੁਣਨ ਵਿੱਚ ਹੈ, ਕਰ ਜੋਰਤ ਕਹਿ ਬਿਨ ਬਣਾਏ। ਇਹਨੇ ਹੱਥ ਜੋੜੇ ਆ
ਬਾਦਸ਼ਾਹ ਦੇ ਅੱਗੇ ਤੇ ਬੇਨਤੀ ਕਰਕੇ ਬਾਦਸ਼ਾਹ ਨੂੰ ਕਹਿਣ ਲੱਗਿਆ ਹੈ। ਮਾਝੇ ਦੇਸ ਹਕੀਕਤ ਸਾਰੀ, ਕਹਿੰਦਾ ਜੀ ਮਾਝਾ ਦੇਸ਼ ਜਿਹੜਾ ਇਹ ਸਮੁੱਚਾ ਪੰਜਾਬ ਦਾ ਇਲਾਕਾ ਹੈ, ਇਸ ਦੀ ਬਾਬਤ ਕਹਿਣ ਲੱਗਾ ਮੈਂ ਤੁਹਾਨੂੰ ਹਕੀਕਤ ਸਚਾਈ ਦੱਸਣੀ ਚਾਹੁੰਦਾ ਹਾਂ। ਕਹਿਤ ਆਏ ਜੈਸੇ ਧਨ ਭਾਰੇ, ਮੈਂ ਤੁਹਾਨੂੰ ਇਹੋ ਜਿਹੀ ਗੱਲ ਦੱਸਾਂਗਾ, ਤੁਹਾਡਾ ਸਰਕਾਰ ਦਾ ਖਜ਼ਾਨਾ ਇਹਦੇ ਨਾਲ ਬਹੁਤ ਭਰ ਜਾਵੇਗਾ। ਮਾਝੇ ਦੇ ਇਲਾਕੇ ਦੇ ਵਾਸਤੇ ਜੋ ਸਚਾਈ ਆ ਉਹ ਬਾਦਸ਼ਾਹ ਜੀ ਮੈਂ ਤੁਹਾਨੂੰ ਦੱਸਣੀ ਕਰਦਾ ਹਾਂ। ਸ਼੍ਰੀ ਗੁਰੂ ਅਰਜਨ ਜੋ ਤੁਮ ਬੁਲਾਏ, ਫਿਰ ਕਹਿਣ ਲੱਗਾ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਦੇ ਉਹਨਾਂ ਨੂੰ ਤੁਸੀਂ ਆਪਣੇ ਪਾਸ ਬੁਲਾਇਆ ਸੀ? ਲਵਪੁਰ ਮਿਲੇ ਆਪ ਟਿਗ ਆਏ, ਲਾਹੌਰ ਦੇ ਵਿੱਚ ਜਦੋਂ ਤੁਹਾਡਾ ਕਾਫਲਾ ਗਿਆ ਤੇ ਉੱਥੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਆਣ ਕੇ ਮਿਲੇ ਸਨ। ਤਿਨ ਪਰਲੋਕ ਭਇਓ ਤਹਿ ਜਬ ਤੇ, ਉੱਥੇ ਪਹੁੰਚਦਿਆਂ ਹੀ ਗੁਰੂ ਅਰਜਨ ਦੇਵ ਜੀ ਪਰਲੋਕ ਸਿਧਾਰ ਗਏ ਸਨ। ਸੋਤ ਬੈਠਿਓ ਗਾਦੀ ਪਰ ਤਬ ਤੇ, ਫਿਰ ਚੰਦੂ ਕਹਿਣ ਲੱਗਾ ਕਿ ਵੇਖੋ ਬਾਦਸ਼ਾਹ ਜਹਾਂਗੀਰ ਜੀ, ਗੁਰੂ ਅਰਜਨ ਦੇਵ ਜੀ ਉੱਥੇ ਪਰਲੋਕ ਸਿਧਾਰ ਗਏ ਆ, ਹੁਣ ਉਹਨਾਂ ਦੀ ਥਾਂ ਤੇ ਉਹਨਾਂ ਦਾ ਜੋ ਸਪੁੱਤਰ ਹੈ ਉਹ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਇਆ ਹੈ। ਜਹਾਂਗੀਰ ਸੁਨ ਬੂਝਣ ਲਾਗੇ, ਜਹਾਂਗੀਰ ਬਾਦਸ਼ਾਹ ਨੇ ਚੰਦੂ ਤੋਂ ਸੁਣਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਬਤ ਪੁੱਛਣ ਲੱਗਿਆ ਹੈ। ਕਬ ਕੇ ਕਹਿਮ ਸ੍ਰੀ ਗੁਰ ਤਨ ਤਿਆਗੇ, ਕਹਿਣ ਲੱਗਾ ਬਾਦਸ਼ਾਹ ਜਹਾਂਗੀਰ ਕਿ ਐ ਚੰਦੂ ਮੈਨੂੰ ਇਹ ਦੱਸ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਦੋਂ ਦਾ ਇਹ ਤਨ ਤਿਆਗਿਆ ਹੈ, ਕਦੋਂ ਦਾ ਪਰਲੋਕ ਗਮਨ ਕੀਤਾ ਹੈ ਤੇ ਕਦੋਂ ਦੇ ਮਹਾਰਾਜ ਇਸ ਤਨ ਨੂੰ ਤਿਆਗ ਕੇ ਗਏ ਹਨ? ਹਮ ਜਬ ਮਿਲੇ ਕਿਤਕ ਦਿਨ ਪਾਛੇ, ਜਦੋਂ ਅਸੀਂ ਮਿਲੇ ਸਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੇ ਕਿੰਨੇ ਕੁ ਦਿਨਾਂ ਤੋਂ ਬਾਅਦ ਇਹ ਘਟਨਾ ਘਟੀ ਹੈ। ਭਾ ਪਰਲੋਕ ਕੌਣ ਥਲ ਆਛੇ, ਉਹ ਕਿਹੜੀ ਥਾਂ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਤੇ ਕਿਹੜੀ ਥਾਂ ਸੀ ਜਿੱਥੇ ਛੱਡ ਕੇ ਮਹਾਰਾਜ ਆਪਣੇ ਪੰਜ ਭੌਤਿਕ ਸਰੀਰ ਨੂੰ ਪਰਲੋਕ ਵਿਖੇ ਸੁਧਾਰ ਗਏ ਹਨ? ਸ਼ਾਂਤ ਰੂਪ ਸ਼ੋਭਤ ਜਿਨ ਸੂਰਤ, ਉਹਨਾਂ ਦਾ ਤੇ ਦਰਸ਼ਨ ਕਰਦਿਆਂ ਸਾਰੇ ਮਨ ਨੂੰ ਸ਼ਾਂਤੀ ਮਿਲਦੀ ਸੀ। ਬਾਦਸ਼ਾਹ ਜਹਾਂਗੀਰ ਚੰਦੂ ਨੂੰ ਇਹ ਗੱਲ ਕਹਿੰਦਾ ਹੈ, ਉਹਨਾਂ ਦਾ ਸਰੂਪ ਬੜਾ ਹੀ ਸ਼ੋਭਨੀਕ, ਜਿਨ੍ਹਾਂ ਦੇ ਦਰਸ਼ਨ ਬੜੇ ਮਹਾਨ ਜਾਪਦੇ ਸਨ। ਮਨੋ ਵਿਰਾਗ ਧਰੀ ਨਿਜ ਮੂਰਤ, ਚੰਦੂ ਉਹਨਾਂ ਦਾ ਦਰਸ਼ਨ ਬੜਾ ਮਹਾਨ ਤੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਮਿਲਾਪ ਦੇ ਸੰਬੰਧੀ ਸਦਾ ਹੀ ਵਿਰਾਗ ਰਹਿੰਦਾ ਸੀ। ਦਰਸ਼ਨ ਕਰਦਿਆਂ ਸਾਰ ਹਰੇਕ ਮਾਈ ਭਾਈ ਦੇ ਅੰਦਰ ਵੀ ਵਿਰਾਗ ਪੈਦਾ ਹੁੰਦਾ ਸੀ। ਜਿਹੜੀ ਉਹਨਾਂ ਦੀ ਨਿਜ ਮੂਰਤ ਆ ਰੱਬੀ ਜੋਤ ਵਾਲੀ ਪ੍ਰਕਾਸ਼ਮਾਨ ਦਿਖਾਈ ਦਿੰਦੀ ਸੀ। ਨਿਰਦਲ ਬਚਨ ਸੁਣ ਬੇਰੁਚ ਜਾਗੇ, ਮੇਰੇ ਮਨ ਵਿੱਚ ਤੇ ਸਦਾ ਹੀ ਰੁਚੀ ਜਾਗੀ ਰਹਿੰਦੀ ਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਬੋਲ ਬੜੇ ਹੀ ਮਿੱਠੇ ਆ, ਉਹਨਾਂ ਦੀ ਬਾਣੀ ਉਹਨਾਂ ਦੇ ਬਚਨ ਬਹੁਤ ਹੀ ਮਿੱਠੇ ਆ। ਮੇਰਾ ਸਦਾ ਹੀ ਸੁਣਨ ਵਾਸਤੇ ਦਿਲ ਕਰਦਾ ਰਹਿੰਦਾ ਹੈ। ਪ੍ਰਭ ਲਿਵ ਲਗੇ ਧੰਦ ਜਗ ਤਿਆਗ, ਵੀ ਜਿਸ ਵੀ ਮਾਈ ਭਾਈ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਪ੍ਰਭੂ ਦੇ ਨਾਲ ਲਿਵ ਲੱਗ ਜਾਂਦੀ ਆ। ਤੇ ਇਹ ਜਿਹੜੇ ਦੁਨਿਆਵੀ ਧੰਦੇ ਜੰਜਾਲ ਆ, ਜਿਨ੍ਹਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ, ਬਾਦਸ਼ਾਹ ਜਹਾਂਗੀਰ ਕਹਿੰਦਾ ਚੰਦੂ ਮੈਨੂੰ ਇਉਂ ਜਾਪਦਾ ਵੀ ਦੁਨੀਆ ਦੇ ਜੰਜਾਲ ਵਿੱਚੋਂ ਮੁਕਤ ਹੋ ਗਏ ਆ, ਉਹਨਾਂ ਦੀ ਪ੍ਰਭੂ ਦੇ ਨਾਲ ਲਿਵ ਲੱਗ ਗਈ ਹੈ। ਸੁਣ ਜਸ ਚੰਦੂ ਜਰ ਭਰ ਗਇਓ, ਕਵੀ ਜੀ ਲਿਖਦੇ ਆ ਕਿ ਬਾਦਸ਼ਾਹ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਡਿਆਈ ਕੀਤੀ,
ਜਿਹੜਾ ਇਹ ਚੰਦੂ ਆ ਸੁਣ ਕੇ ਬਹੁਤ ਸੜਿਆ, ਇਹਦੇ ਮਨ ਵਿੱਚ ਬਹੁਤ ਈਰਖਾ ਪੈਦਾ ਹੋਈ ਹੈ। ਬਾਤ ਫਰੇਬ ਬਣਾਵਤ ਭਇਓ, ਇਹਨੇ ਫੇਰ ਫਰੇਬ ਵਾਲੀ ਗੱਲ ਛੇੜੀ ਹੈ। ਛਾਲ ਤੇ ਕਪਟ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੀ ਬਾਬਤ ਤੇ ਬਾਦਸ਼ਾਹ ਜਸ ਗਾਉਂਦਾ ਹੈ। ਇਸ ਪਾਪੀ ਨੇ ਫੇਰ ਆਪਣੇ ਮਨ ਵਿੱਚ ਛਾਲ ਕਪਟ ਫਰੇਬ ਬਣਾਉਣਾ ਕੀਤਾ ਹੈ। ਸੁਣ ਬਾਦਸ਼ਾਹ ਜੀ ਲਵਪੁਰ ਮਾਹੀ, ਕਹਿਣ ਲੱਗਾ ਬਾਦਸ਼ਾਹ, ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਲਾਹੌਰ ਦੇ ਵਿੱਚ ਹੀ ਸਨ, ਮਿਲੇ ਗੁਰੂ ਜਬਰਾਵਰ ਪਾਹੀ, ਜਦੋਂ ਤੁਹਾਡੇ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਮੁਲਾਕਾਤ ਹੋਈ ਹੈ, ਆਪ ਜੀ ਨੂੰ ਜਦੋਂ ਮਿਲੇ ਸਨ, ਤਿਸ ਪਾਛੇ ਕੀਤਕ ਦਿਨ ਤੇ ਰਹੇ, ਉਸ ਤੋਂ ਬਾਅਦ ਵੀ ਕੁਛ ਦਿਨ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਹੀ ਰਹੇ ਸਨ। ਐਸਾ ਹੋਏ ਮਹਾ ਦੁਖ ਲਾਹੇ, ਇਹ ਪਾਪੀ ਫਿਰ ਝੂਠ ਬੋਲਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਹੈਜਾ ਹੋ ਗਿਆ ਸੀ। ਇਹਦੇ ਕਾਰਨ ਉਹਨਾਂ ਨੇ ਮਹਾ ਦੁੱਖ ਪਾਇਆ ਹੈ। ਰਾਵੀ ਤੀਰ ਜਾਏ ਤਨ ਤਿਆਗਾ, ਔਰ ਇਸ ਚੰਦੂ ਨੇ ਆਖਿਆ ਕਿ ਬਾਦਸ਼ਾਹ, ਰਾਵੀ ਜਿਹੜਾ ਦਰਿਆ ਹੈ ਉਹਦੇ ਨੇੜੇ ਜਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਹੈ। ਸੰਗਤ ਮਿਲੀ ਦਇਆ ਤਹ ਦਾਗਾ, ਤੇ ਫਿਰ ਸਿੱਖ ਸੰਗਤਾਂ ਉੱਥੇ ਇਕੱਤਰ ਹੁੰਦੀਆਂ ਨੇ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਹੈ। ਇਸ ਚੰਦੂ ਪਾਪੀ ਨੇ ਕੋਰਾ ਝੂਠ ਬੋਲਿਆ, ਜਦ ਕਿ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਰਾਵੀ ਦਰਿਆ ਦੇ ਵਿੱਚ, ਔਰ ਇਸ ਪਾਪੀ ਨੇ ਆਪਣੇ ਹੱਥੀਂ ਕੀਤਾ। ਤੋ ਇਹ ਬਾਦਸ਼ਾਹ ਜਹਾਂਗੀਰ ਨੂੰ ਝੂਠ ਬੋਲਦਾ ਹੈ। ਤਿਸ ਪਾਛੇ ਕੀਤਕ ਤਿਨ ਕੋ ਸੁਤ ਸ੍ਰੀ ਗੁਰੂ ਹਰਗੋਬਿੰਦ, ਫਿਰ ਕਹਿਣ ਲੱਗਾ ਵੀ ਉਹਨਾਂ ਦਾ ਸਪੁੱਤਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਗਾਦੀ ਪਰ ਤਰਨ ਬਿਲੰਦ, ਉਹਨਾਂ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਾਲੀ, ਇਹਦੇ ਉੱਪਰ ਉਹਨਾਂ ਦਾ ਜਿਹੜਾ ਜਵਾਨ ਪੁੱਤਰ ਹੈ, ਤਿਨ ਕੋ ਬੋਲਣ ਆਵ ਵਿਵਹਾਰੂ, ਉਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਆ ਤੇ ਉਹਨਾਂ ਦੇ ਜਿਹੜਾ ਬੋਲਣ ਦਾ ਢੰਗ ਹੈ, ਜਿਹੜਾ ਉਹਨਾਂ ਦਾ ਵਿਵਹਾਰ ਹੈ। ਲਵਪੁਰ ਤੇ ਆਈ ਅਖਬਾਰੂ, ਤੇ ਜਦੋਂ ਲਾਹੌਰ ਦੇ ਵਿੱਚੋਂ ਕਹਿਣ ਲੱਗੇ ਵੀ ਉਸ ਇਲਾਕੇ ਦੇ ਵਿੱਚੋਂ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਆ, ਉਥੋਂ ਜਿਹੜੀ ਆ ਖਬਰ ਆਈ ਹੈ। ਸੋ ਖਾਤ ਪਠ ਕੇ ਮੈਂ ਬਿਸਮਾਇਓ, ਜਿਹੜੀ ਚਿੱਠੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪੁੱਤਰ ਗੁਰਤਾ ਗੱਦੀ ਉੱਤੇ ਬਿਰਾਜਮਾਨ ਆ, ਉਹ ਚਿੱਠੀ ਮੈਂ ਪੜ੍ਹੀ ਆ ਤੇ ਬਾਦਸ਼ਾਹ ਚਿੱਠੀ ਪੜ੍ਹ ਕੇ ਮੈਂ ਬੜਾ ਹੀ ਹੈਰਾਨ ਹੋਇਆ ਹਾਂ। ਸਕਲ ਅਪੂਰਬ ਬਿਉਂਤ ਬਣਾਇਓ, ਉਹ ਤਾਂ ਇੱਕ ਨਵੀਂ ਖਬਰ ਆ, ਨਵੀਂ ਨੀਤੀ ਜਿਹੜੀ ਆ, ਜਿਹੜੇ ਉਹਨਾਂ ਦੇ ਸਪੁੱਤਰ ਆ ਨਵੀਂ ਵਿਉਂਤ ਹੀ ਕੋਈ ਬਣਾ ਰਹੇ ਹਨ। ਤਖਤ ਨਾਮ ਗਾਦੀ ਕੋ ਰਾਖਿਓ, ਉਹਨਾਂ ਨੇ ਆਪਣੀ ਗੱਦੀ ਦਾ ਨਾਮ ਬਦਲ ਕੇ ਤੇ ਤਖਤ ਰੱਖ ਦਿੱਤਾ ਹੈ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਕਿਹਾ ਜਾਂਦਾ ਹੈ। ਚੰਦੂ ਕਹਿਣ ਲੱਗਾ ਕਿ ਵੇਖੋ ਬਾਦਸ਼ਾਹ, ਹੁਣ ਗੱਦੀ ਦਾ ਨਾਮ ਬਦਲ ਕੇ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਤਖਤ ਰੱਖ ਦਿੱਤਾ ਹੈ। ਅਜੋਦ ਵਿਦਿਆ ਮਹਿ ਅਬਲਾਖਿਓ, ਤੇ ਉਹਨਾਂ ਦੇ ਅੰਦਰ ਯੁੱਧ ਲੜਨ ਵਾਸਤੇ ਬਹੁਤ ਵੱਡੀ ਅਭਿਲਾਸ਼ਾ ਹੈ। ਤਜਿਓ ਫਕੀਰੀ ਕੋ ਬਹੁ ਬੇਸ, ਫਿਰ ਇਹ ਛਾਲ ਕਪਟ ਤੇ ਫਰੇਬ ਵਾਲੇ ਸ਼ਬਦ ਬੋਲਦਾ ਹੈ ਵੀ ਉਹਨਾਂ ਨੇ ਫਕੀਰੀ ਲਿਬਾਸ ਨੂੰ ਤਿਆਗ ਦਿੱਤਾ, ਜਦੋਂ ਕਿ ਸਤਿਗੁਰਾਂ ਨੇ ਤਿਆਗਿਆ ਨਹੀਂ।
ਉਹ ਤੇ ਭਗਤੀ ਤੇ ਸ਼ਕਤੀ ਦਾ ਸੁਮੇਲ ਉਹਨਾਂ ਨੇ ਇਕੱਠਿਆਂ ਕੀਤਾ। ਪਰ ਇਹ ਪਾਪੀ ਬਾਦਸ਼ਾਹ ਦੇ ਕੋਲ ਝੂਠੀਆਂ ਗੱਲਾਂ ਕਰਦਾ ਹੈ ਕਿ ਵੇਖੋ ਜੀ, ਉਹਨਾਂ ਨੇ ਤੇ ਜਿਹੜਾ ਫਕੀਰੀ ਵੇਸ਼ ਆ ਇਹਨੂੰ ਤਿਆਗ ਦਿੱਤਾ ਹੈ। ਸਮਤਾ ਚਾਹਤ ਸ਼ਾਹ ਬਖਸ਼ੀਸ਼। ਬਾਦਸ਼ਾਹ ਉਹ ਤੁਹਾਡੀ ਬਰਾਬਰੀ ਕਰਨੀ ਚਾਹੁੰਦਾ ਹੈ। ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਸਪੁੱਤਰ ਆ ਨਾ, ਅਸਲ ਦੇ ਵਿੱਚ ਉਹ ਤੁਹਾਡੇ ਵਰਗੀ ਬਰਾਬਰਤਾ, ਜਿਵੇਂ ਬਾਦਸ਼ਾਹ ਲੋਕ ਸੰਸਾਰ ਵਿੱਚ ਵਿਚਰਦੇ ਆ, ਜਿਹੜੀ ਉਹਨਾਂ ਦੀ ਵਿਉਂਤਬੰਦੀ ਆ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹ ਕਹਿਣ ਲੱਗਾ ਵੀ ਇਹ ਤੁਹਾਡੇ ਵਰਗੀ ਆ, ਬਾਦਸ਼ਾਹ ਲੋਕਾਂ ਵਰਗੀ ਹੈ। ਸੰਗ ਚਮੂਹਿਤ ਜੰਗ ਕਰਨ ਕੇ। ਉਹਨਾਂ ਨੇ ਜੰਗ ਲੜਨ ਵਾਸਤੇ ਆਪਣੇ ਕੋਲ ਫੌਜਾਂ ਵੀ ਭਰਤੀ ਕਰ ਲਈਆਂ ਹਨ। ਰਾਖਤ ਦਿਨ ਪ੍ਰਤ ਸੁਭਟ ਬਰਨ ਕੇ। ਦਿਨ ਪ੍ਰਤੀ ਦਿਨ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਕੋਲ ਯੋਧੇ ਆ ਉਹ ਭਰਤੀ ਹੋ ਰਹੇ ਆ, ਔਰ ਚੰਗੇ ਚੰਗੇ ਜਿਹੜੇ ਸਿਪਾਹੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਰਹੇ ਹਨ। ਕਹਿਵਾਵਨ ਲਾਗਿਓ ਪਾਤਸ਼ਾਹੂ। ਹੁਣ ਤਾਂ ਉਹ ਆਪ ਪਾਤਸ਼ਾਹ ਵੀ ਕਹਾਉਣ ਲੱਗ ਪਏ ਆ। ਜਿਹੜੀਆਂ ਉਹਨਾਂ ਦੀਆਂ ਸਿੱਖ ਸੰਗਤਾਂ ਨੇ ਤੇ ਫੌਜਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੀਆਂ ਨੇ। ਤੁਹਾਨੂੰ ਤੇ ਸਿਰਫ ਪਾਤਸ਼ਾਹ ਹੀ ਕਹਿੰਦੇ ਆ ਜਾਂ ਬਾਦਸ਼ਾਹ ਹੀ ਕਹਿੰਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਤੇ ਉਹਨਾਂ ਦੇ ਸੇਵਕ ਸਿੱਖ ਸੱਚਾ ਪਾਤਸ਼ਾਹ ਕਹਿੰਦੇ ਹਨ। ਕਰੇ ਅਖੇਰ ਬ੍ਰਿੰਤ ਬਨ ਮਾਹੂ। ਫਿਰ ਕਹਿਣ ਲੱਗਾ ਇੱਥੇ ਹੀ ਬਸ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਬਨ ਵਿੱਚ ਜਾਂਦੇ ਆ, ਜੰਗਲਾਂ ਵਿੱਚ ਜਾਂਦੇ ਆ, ਉੱਥੇ ਜਾ ਕੇ ਸ਼ਿਕਾਰ ਵੀ ਕਰਦੇ ਹਨ। ਕਹੈ ਪੂਰਬ ਸਾਕੇ ਬਿੰਦਰ ਪ੍ਰਵਾੜੇ। ਤੇ ਇਸ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜੇ ਉਹਨਾਂ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਸਾਡੇ ਸਮਾਜ ਵਿੱਚ ਕੋਈ ਝਗੜੇ ਕੀਤੇ ਆ, ਕਿਉਂਕਿ ਸਤਿਗੁਰਾਂ ਨੇ ਆਪਣੇ ਪਾਸ ਢਾਡੀ ਵੀ ਰੱਖੇ ਆ ਜਿਹੜੇ ਢਾਡੀ ਵਾਰਾਂ ਗਾਉਂਦੇ ਆ, ਤੇ ਜਿਨ੍ਹਾਂ ਨੇ ਪਹਿਲਾਂ ਲੜਾਈਆਂ ਲੜੀਆਂ, ਯੁੱਧ ਲੜੇ ਆ, ਉਹਨਾਂ ਦੀ ਬਾਬਤ ਜਿਨ੍ਹੋ ਕੀਨ ਬੜ ਜੰਗ ਅਖਾੜੇ। ਜਿਨ੍ਹਾਂ ਲੋਕਾਂ ਨੇ ਵੱਡੇ ਵੱਡੇ ਜੰਗ ਤੇ ਅਖਾੜਿਆਂ ਦੇ ਵਿੱਚ ਲੜਾਈਆਂ ਲੜੀਆਂ ਹਨ, ਤਿਨ ਕਾ ਸੁਨਹਿ ਢਾਡੀਆਂ ਪਾਸ। ਉਹਨਾਂ ਦਾ ਦੀਵਾਨ ਲਾ ਕੇ ਢਾਡੀਆਂ ਦੇ ਪਾਸੋਂ ਬਹਾਦਰ ਯੋਧਿਆਂ ਦੀਆਂ ਵਾਰਾਂ ਆਪ ਵੀ ਸੁਣਦੇ ਆ, ਆਪਣੇ ਸਿੱਖਾਂ ਨੂੰ ਵੀ ਸੁਣਾਉਂਦੇ ਹਨ। ਹੁਣ ਆਪਣਾ ਬਲ ਕਹੇ ਪ੍ਰਕਾਸ਼। ਫਿਰ ਆਪਣਾ ਬਲ, ਆਪਣੀ ਜਿਹੜੀ ਤਾਕਤ ਆ ਉਹਦਾ ਪ੍ਰਕਾਸ਼ ਕਰਦੇ ਆ, ਭਾਵ ਵੱਡੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਬਿਨਾ ਪਰ ਗਾਣੇ ਬਿਨ ਤੁਮ ਕਹੇ। ਕਹਿਣ ਲੱਗੇ ਜੀ, ਬਿਨਾ ਇਲਾਕੇ ਦੀ ਮਲਕੀਅਤ ਦੇ, ਬਿਨਾ ਆਪ ਦੇ ਕਹੇ ਆਗਿਆ ਦੇ, ਭਾਵ ਤੁਹਾਡਾ ਕੋਈ ਹੁਕਮ ਨਹੀਂ ਲਿਆ, ਬਾਦਸ਼ਾਹ ਤੁਸੀਂ ਜੇ, ਪਰ ਤੁਹਾਡੇ ਹੁਕਮ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਈ ਪਰਵਾਹ ਹੀ ਨਹੀਂ। ਸ਼ਿਕਾਰ ਖੇਡਣਾ ਬਾਦਸ਼ਾਹ ਲੋਕਾਂ ਦਾ ਕੰਮ ਹੁੰਦਾ ਹੈ, ਰਾਜੇ ਮਹਾਰਾਜਿਆਂ ਦੇ ਕੰਮ ਹੁੰਦੇ ਆ। ਤੁਹਾਡੇ ਕੋਲੋਂ ਕੋਈ ਆਗਿਆ ਨਹੀਂ ਲਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਵੀ ਖੇਡਦੇ ਨੇ, ਢਾਡੀ ਵਾਰਾਂ ਵੀ ਸੁਣਦੇ ਹਨ। ਸੈਨ ਸਕੇਲਤ ਗਣ ਨਿਤ ਆਹੇ। ਰੋਜ਼ਾਨਾ ਹੀ ਉਹਨਾਂ ਦੇ ਦਰਬਾਰ ਵਿੱਚ ਜਿਹੜੀ ਸੈਨਾ ਹੈ ਉਹਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਸਾ ਨਹੀਂ ਹੋਏ ਉਠਾਵਹਿ ਧੁੰਦ। ਕਹਿਣ ਲੱਗੇ ਵੀ ਜੇ ਸਮਾਂ ਅੱਗੇ ਚੱਲਦਾ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਕਤ ਨੂੰ ਰੋਕਣਾ ਬਹੁਤ ਔਖਾ ਹੋ ਜਾਵੇਗਾ। ਕਿਮ ਟਿਕ ਰਹਿ ਸੁਭਟ ਮਿਲ ਬਰਿੰਦ। ਉਹਨਾਂ ਦੇ ਕੋਲ ਸਦਾ ਹੀ ਵੱਡੇ ਵੱਡੇ ਬਹਾਦਰ ਯੋਧੇ ਹਾਜ਼ਰ ਰਹਿੰਦੇ ਆ। ਇਸੇ ਤਰ੍ਹਾਂ ਨਾਲ ਨਾਲ ਢਾਡੀ ਵਾਰਾਂ ਗਾਉਣ ਵਾਲੇ ਗੁਰੂ ਘਰ ਦੇ ਸੇਵਕ ਭੱਟ ਢਾਡੀ
ਉਹ ਵੀ ਸਦਾ ਹੀ ਸਤਿਗੁਰਾਂ ਦੇ ਦਰਬਾਰ ਵਿੱਚ ਰਹਿੰਦੇ ਹਨ। ਕਹਿ ਨਿਜ ਚਮੂ ਚੜਾਵਨ ਕਰੀਏ। ਮੇਰੀ ਬੇਨਤੀ ਇਹ ਆ, ਜਿਹੜੀ ਚੁਗਲੀ ਇਹ ਲਾਉਣੀ ਚਾਹੁੰਦਾ ਸੀ ਚੰਦੂ, ਉਸ ਗੱਲ ਤੇ ਬਾਦਸ਼ਾਹ ਤੱਕ ਪਹੁੰਚ ਕਰਦਾ ਹੈ। ਕਹਿੰਦਾ ਵੀ ਮੇਰੀ ਬੇਨਤੀ ਇਹ ਆ, ਜਾਂ ਤੇ ਕੋਈ ਆਪਣਾ ਇੱਥੋਂ ਬੰਦਾ ਭੇਜੀਏ ਜਿਹੜਾ ਬਹੁਤ ਸਿਆਣਾ ਹੋਵੇ, ਸਰਕਾਰੀ ਬੰਦਾ, ਤੇ ਜਾਂ ਫਿਰ ਆਪਾਂ ਜਿਹੜੀ ਆਪਣੀ ਫੌਜ ਆ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਨੂੰ ਰੋਕਣ ਵਾਸਤੇ ਚੜ੍ਹਾਈ ਜਾਏ, ਬਿਨਾ ਲੜੇ ਤੇ ਪ੍ਰਥਮ ਪਕੜੀਏ। ਤੇ ਜਾਂ ਫਿਰ ਇਸ ਤਰ੍ਹਾਂ ਵੀ ਲੜਾਈ ਤੋਂ ਪਹਿਲਾਂ ਕਿਉਂਕਿ ਜੇ ਦੇਰ ਲਾ ਦਿੱਤੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਕੜੇ ਨਹੀਂ ਜਾਣਾ, ਤੇ ਆਪਾਂ ਜਾਂ ਤੇ ਪਹਿਲਾਂ ਫੌਜ ਭੇਜੀਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਲਈਏ। ਜੇ ਇਸ ਤਰ੍ਹਾਂ ਵੀ ਨਹੀਂ ਤੇ ਲੜਾਈ ਤੋਂ ਪਹਿਲਾਂ ਸਾਨੂੰ ਇਹ ਮੌਕਾ ਸਾਂਭ ਲੈਣਾ ਚਾਹੀਦਾ ਹੈ। ਕਹਿ ਭੇਜੋ ਨਰ ਆਛੋ ਕੋਈ। ਜਾਂ ਫਿਰ ਕੋਈ ਚੰਗਾ ਮਨੁੱਖ ਵੇਖੋ, ਕੋਈ ਚੰਗਾ ਸਲਾਹਕਾਰ, ਉਹਨੂੰ ਵੇਖ ਕੇ ਸਤਿਗੁਰਾਂ ਦੇ ਪਾਸ ਭੇਜਣਾ ਕਰੋ। ਆਪਣੇ ਨਿਕਟ ਹਕਾਰੋ ਸੋਏ। ਤੇ ਤੁਸੀਂ ਆਪਣੇ ਕੋਲ ਬਣਾਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਆਪਣਾ ਕੋਈ ਚੰਗਾ ਖਾਸ ਸਲਾਹਕਾਰ ਬੰਦਾ ਦੇਖੋ, ਜਿਹੜਾ ਖਾਸ ਕੋਈ ਅਫਸਰ ਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਭੇਜੋ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਉਣਾ ਕਰੋ। ਦਬਿਓ ਰਹਿ ਨਹਿ ਦੁੰਦ ਉਠਾਵੇ। ਕਹਿਣ ਲੱਗੇ ਦੱਬੇ ਨਹੀਂ ਰਹਿਣਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਕਤ ਵੱਧਦੀ ਜਾਂਦੀ ਆ, ਦਬਾਇਆ ਦੱਬੇਗਾ ਨਹੀਂ। ਹੁਣ ਹੀ ਮੌਕਾ ਹੈ, ਜੇ ਦੇਰ ਲਾ ਦਿੱਤੀ ਸਮਾਂ ਬਹੁਤ ਅੱਗੇ ਲੰਘ ਜਾਵੇਗਾ, ਫਿਰ ਤੇ ਯੁੱਧ ਹੀ ਕਰਨਾ ਪਵੇਗਾ, ਉਹ ਦੱਬੇ ਨਹੀਂ ਜਾਣਗੇ। ਅੱਗੇ ਆਪ ਕਰੋ ਜਿਉ ਭਾਵੇ। ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਆ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਨਗਰੀ ਵਿੱਚ ਵਿਚਰ ਰਹੇ ਆ, ਕਿਵੇਂ ਉਹਨਾਂ ਕੋਲ ਫੌਜਾਂ ਨੇ, ਵੱਡੇ ਵੱਡੇ ਸ਼ਸਤਰ ਆ, ਵੱਡੇ ਵੱਡੇ ਘੋੜੇ ਆ, ਹਥਿਆਰ ਆ, ਲੜਾਈ ਦੀ ਪੂਰੀ ਤਿਆਰੀ ਆ। ਮੈਂ ਆਪ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਆ। ਫੌਜਾਂ ਚਾੜ ਕੇ ਜਾਂ ਤੇ ਲੜਾਈ ਲਾ ਦਈਏ ਤੇ ਸਤਿਗੁਰਾਂ ਨੂੰ ਪਕੜ ਲਈਏ, ਹੁਣ ਸੌਖਾ ਹੈ। ਜੇ ਦੇਰ ਲਾ ਦਿੱਤੀ ਫਿਰ ਔਖਾ ਹੋ ਜਾਵੇਗਾ। ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਆ। ਅੱਗੇ ਜਿਵੇਂ ਤੁਹਾਨੂੰ ਚੰਗਾ ਲੱਗੇ। ਬਾਦਸ਼ਾਹ ਸਮੀਪੀ ਜੀ ਉਮਰਾਓ। ਬਾਦਸ਼ਾਹ ਦੇ ਕੋਲ ਜਿਹੜੇ ਕਹਿਣ ਲੱਗੇ ਹੋਰ ਵੀ ਚੌਧਰੀ ਲੋਕ ਹਨ। ਚੰਦੂ ਬਾਤ ਕੋ ਕਰ ਪੁਛਟਾਓ। ਤੇ ਬੇਸ਼ੱਕ ਤੁਸੀਂ ਪੁਸ਼ਟੀ ਕਰਕੇ ਵੇਖ ਲਵੋ, ਹੋਰ ਵੀ ਜਿਹੜੇ ਤੁਹਾਡੇ ਕੋਲ ਕੋਈ ਉੱਚ ਅਧਿਕਾਰੀ ਆ ਉਹਨਾਂ ਨੂੰ ਭੇਜ ਕੇ ਤਸੱਲੀ ਕਰ ਲਵੋ, ਤੁਹਾਨੂੰ ਪਤਾ ਲੱਗ ਜਾਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕਿੰਨੀਆਂ ਫੌਜਾਂ ਹਨ। ਰਿਸ਼ਵਤ ਲੈਣ ਹਾਰ ਜੇ ਨਰ ਹੈ। ਹੁਣ ਜਿਹੜੇ ਬਾਦਸ਼ਾਹ ਦੇ ਕੋਲ ਹੋਰ ਆਲਾ ਅਫਸਰ ਆ, ਉਹਨਾਂ ਨੂੰ ਆਪਣੇ ਵੱਲ ਕਰਨ ਵਾਸਤੇ ਫਿਰ ਚੰਦੂ ਨੇ ਪਲੇਨ ਬਣਾਈ, ਯੋਜਨਾ ਬਣਾਈ, ਇਹਨਾਂ ਨੂੰ ਪੈਸੇ ਦੇ ਕੇ, ਰਿਸ਼ਵਤ ਦੇ ਕੇ ਮੈਂ ਆਪਣੇ ਹੱਕ ਵਿੱਚ ਕਰ ਲਵਾਂ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੇਰੇ ਵਾਂਗ ਹੀ ਸਲਾਹ ਦੇ ਕੇ ਹੋਰ ਭੜਕਾਉਣ। ਬੁਰਾ ਭਲਾ ਨਾ ਵਿਚਾਰਤ ਉਰ ਹੈ। ਇਹ ਪਾਪੀ ਮਨੁੱਖ ਆ, ਤੇ ਜਿਹੜੇ ਲੋਕ ਰਿਸ਼ਵਤ ਲੈਣ ਵਾਲੇ ਆ ਉਹ ਵੀ ਨਾ ਤੇ ਕਿਸੇ ਦਾ ਬੁਰਾ ਸੋਚਦੇ ਆ, ਨਾ ਹੀ ਕਿਸੇ ਦਾ ਭਲਾ ਸੋਚਦੇ ਆ। ਸਿਰਫ ਉਹਨਾਂ ਦਾ ਧਰਮ ਇੱਕ ਪੈਸਾ ਹੀ ਬਣ ਜਾਂਦਾ ਹੈ। ਕਿਸੇ ਨਾਲ ਧੱਕਾ ਹੋ ਜਾਏ, ਜ਼ੁਲਮ ਹੋ ਜਾਏ, ਉਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ। ਰਿਸ਼ਵਤ ਲੈਣ ਵਾਲੇ ਲੋਕ ਵੀ ਚੰਦੂ ਦੇ ਵਾਂਗ ਹੀ ਬਣ ਜਾਂਦੇ ਹਨ।